ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸੋ ਆਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਿਹਾ ਜੀ। ਸਾਡੇ ਨਾਲ ਇਸ ਵੇਲੇ ਹਾਜ਼ਰ ਹੁੰਦੇ ਨੇ ਐਵਰੀਡੇ ਸਤਪਾਲ ਸਿੰਘ ਜੌਹਲ। ਖੱਟੀਆਂ ਮਿੱਠੀਆਂ ਕੁਝ ਕਰਾਰੀਆਂ ਗੱਲਾਂ ਲੈ ਕੇ ਤੁਸੀਂ ਵੀ ਕੋਈ ਸਵਾਲ ਜਵਾਬ ਕਰਨਾ ਚਾਹੁੰਦੇ ਤਾਂ ਜੌਹਲ ਸਾਹਿਬ ਨਾਲ ਕਰ ਸਕਦੇ ਹੋ। 905 813 1320 9058131320। तमाम जिन्ने भी साढ़े दर्शक IPTV बॉक्स ई बाबा एंटरटेनमेंट से जुड़ चुके हैं सारे का स्वागत है जी। जौहल साहब वेरी वेरी गुड मॉर्निंग जी। सत श्री अकाल। सत श्री अकाल जी। अर्श बहुत मेहरबानी अपने सारे ही श्रोतिਆਂ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ। ਕੀ ਹਾਲ ਚਾਲ ਬਾਜੀ? ਦੇਖੋ ਚੜ੍ਹਦੀ ਕਲਾ ਜਿਸ ਵੀ ਰਜ਼ਾ ਦੇ ਵਿੱਚ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਰੱਖੇ ਤੇ ਚੜ੍ਹਦੀ ਕਲਾ ਹੀ ਹੁੰਦੀ ਹੈ। ਬਿਲਕੁਲ 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 ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਕਿਉਂਕਿ ਮਨ ਦੇ ਵਿੱਚ ਜੇ ਸੰਤੁਸ਼ਟੀ ਮਤਲਬ ਕੰਟੈਂਟਮੈਂਟ ਹੋਵੇ ਨਾ, ਸੰਤੋਖ ਦੀਆਂ ਮੁੰਦਰਾਂ ਜੋ ਗੁਰਬਾਣੀ ਕਹਿੰਦੀ ਹੈ ਧਾਰਨ ਕੀਤੀਆਂ ਹੋਣ ਤੇ ਚੜ੍ਹਦੀ ਕਲਾ ਤੋਂ ਬਿਨਾਂ ਹੋਰ ਕੋਈ ਹਾਲ ਸਾਡਾ ਹੋ ਹੀ ਨਹੀਂ ਸਕਦਾ ਜੀ। ਇਸ ਕਰਕੇ ਜੀ ਸਾਲ 2021 ਚੱਲ ਰਿਹਾ ਤੇ ਜਿਹਦਾ 300ਵੇਂ ਦਿਨ ਦੇ ਵਿੱਚ ਆਪਾਂ ਦਾਖਲ ਹੋ ਗਏ ਆ। ਰਾਈਟ। ਤੇ ਜਿਸ ਤਰ੍ਹਾਂ ਕੱਲ ਗੱਲ ਕਰ ਰਹੇ ਸੀ ਵੀ ਬੱਦਲ ਵੀ ਆਏ, ਅੱਜ ਕੁਝ ਘਟੀ ਹੋਈ ਹੈ, ਕਿਤੇ ਕਿਤੇ ਸੂਰਜ ਜਿਹੜਾ ਉਹ ਨਜ਼ਰ ਆ ਸਕਦਾ ਹੈ। ਤੇ ਗੱਲ ਤੁਸੀਂ ਬਿਲਕੁਲ ਠੀਕ ਆਖੀ ਆ ਵੀ ਸਰਦ ਰੁੱਤ ਹੈ ਤੇ ਸਰਦੀ ਹੀ ਪੈ ਸਕਦੀ ਹੈ, ਜਿਹਦੇ ਲਈ ਆਪਣੇ ਆਪ ਨੂੰ ਤਿਆਰ ਕਰਨਾ ਸਾਡਾ ਫਰਜ਼ ਹੈ। ऑलराइट, आओ फिर गलबात करिए जस्टिन ट्रूडो दी नवी कैबिनेट। काफ़ी चेंजेस, काफ़ी शॉकिंग नेम सामने आए एंड काफ़ी एक्सपैक्टेड नेम आए सन, परंतु ਜਦੋਂ ਨਵਾਂ ਇਮੀਗ੍ਰੇਸ਼ਨ ਮਿਨਿਸਟਰ ਆਉਂਦਾ ਹੈ ਤਾਂ ਫਿਰ ਕਾਫੀ ਚੇਂਜਸ, ਕੁਛ ਚੰਗੀਆਂ ਗੱਲਾਂ, ਕੁਛ ਚੰਗੀਆਂ ਪਾਲਿਸੀਜ਼ ਲੈ ਕੇ ਆਉਂਦਾ, ਕੁਛ ਦਰਵਾਜ਼ੇ ਖੋਲ੍ਹਦੇ ਨੇ, ਪਰ ਕਈ ਅਜਿਹੇ ਜਿਹੇ ਹੁੰਦੇ ਨੇ ਕਿ ਕਈ ਦਰਵਾਜ਼ੇ ਬੰਦ ਵੀ ਕਰ ਦਿੰਦੇ ਨੇ। ਪਰੰਤੂ ਨਿਊ ਇਮੀਗ੍ਰੇਸ਼ਨ ਮਿਨਿਸਟਰ ਦੀ ਗੱਲਬਾਤ ਕਰ ਲਈ ਜੀ ਆਪਾਂ। ਬਿਲਕੁਲ। ਦੇਖੋ ਜੀ ਅਰਸ਼, ਪਹਿਲੀ ਗੱਲ ਤੇ ਕੱਲ ਜਿਹੜਾ ਇਹ ਕੈਬਨਿਟ ਦੀ ਅਨਾਊਂਸਮੈਂਟ ਕੀਤੀ ਗਈ ਸੀ ਜਿਹਦੇ 'ਚ ਅੱਧੇ ਆਦਮੀ ਤੇ ਅੱਧੀਆਂ ਔਰਤਾਂ ਸਨ ਤੇ ਉਹਦੇ ਵਿੱਚ ਬੋਲਬਾਲਾ ਜਿਹੜਾ ਜੀ ਵੀ ਆਪਾਂ ਦੇਖਦੇ ਹਾਂ ਓਨਟਾਰੀਓ ਦਾ, ਕੁਬੈਕ ਦਾ, ਆਪਾਂ ਕਹਿੰਦੇ ਹਾਂ ਜੀ ਵੀ ਜੇ ਸਰਕਾਰ ਦਾ ਗਠਨ ਕਰਨਾ ਜਿਸ ਪਾਰਟੀ ਨੇ ਤੇ ਇਹਨਾਂ ਦੋਨੇ ਪ੍ਰੋਵਿੰਸਿਸ ਦੇ ਵਿੱਚੋਂ ਵੱਧ ਸੀਟਾਂ ਲੈਣ ਤੇ ਫਿਰ ਬਣਦੀ ਹੈ ਗੱਲ। ਏਦਾਂ ਹੀ ਫਿਰ ਜਾਣੀ ਰਿਪਰਜੈਂਟੇਸ਼ਨ ਜਿਹੜੀ ਕੈਬਨਿਟ ਦੇ ਵਿੱਚ ਵੀ ਉਸੇ ਲਿਹਾਜ਼ ਨਾਲ ਆਈ ਆ ਵੀ ਜਾਣੀ ਓਨਟਾਰੀਓ ਦੀ ਸਭ ਤੋਂ ਵੱਧ, ਉਹ ਤੋਂ ਬਾਅਦ ਫਿਰ ਕੁਬੈਕ ਦੀ ਤੇ ਬਾਕੀ ਜਿਹੜੀਆਂ ਪ੍ਰੋਵਿੰਸਿਸ ਆ ਉਹਨਾਂ ਦੇ ਵਿੱਚ ਵੀ ਜਿੱਦਾਂ ਕਹ ਲਓ ਕਿ ਥੋੜਾ ਰਿਸਪੋਂਸੀਬਿਲਿਟੀਜ਼ ਡਿਵਾਈਡ ਕੀਤੀਆਂ ਗਈਆਂ ਜੀ। ਤੇ ਇਹਦੇ ਨਾਲ ਹੀ ਫਿਰ ਇਹ ਹੈ ਜੀ ਵੀ ਹੁਣ ਦੇਖ ਰਹੇ ਹਾਂ ਆਪਾਂ ਵੀ ਜੇ ਇਹ ਸੀਗਾ ਵੀ ਅੱਧੀਆਂ ਔਰਤਾਂ ਤੇ ਅੱਧੇ ਆਦਮੀ ਚਾਹੇ, ਪਰ ਜਿਹੜੇ ਕਿ ਮੇਨ ਪੋਰਟਫੋਲੀਓਜ਼ ਹੈਗੇ ਆ ਉਹ ਔਰਤਾਂ ਦੇ ਹੱਥ ਜਿਹੜਾ ਜੀ ਵੀ ਕਮਾਨ ਵੱਡੀ ਲੱਗਦੀ ਹੈ ਸਰਕਾਰ ਦੀ ਜੀ। ਕਿਉਂਕਿ ਆਪਾਂ ਦੇਖਦੇ ਹਾਂ ਵੀ ਡਿਫੈਂਸ ਮਿਨਿਸਟਰੀ ਹੈ, ਫਾਈਨੈਂਸ ਮਿਨਿਸਟਰੀ ਹੈ, ਫੋਰਨ ਮਿਨਿਸਟਰੀ ਹੈ, ਰੈਵਨਿਊ ਮਿਨਿਸਟਰੀ ਹੈ, ਇਹ ਸਾਰੀਆਂ ਹੀ ਬੀਬੀਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਹੈ ਨਾ। ਅਨੀਤਾ ਆਨੰਦ ਹੈ, ਕ੍ਰਿਸਟੀਆ ਫਰੀਲੈਂਡ ਹੈ, ਮੇਲਾਨੀ ਜੌਲੀ ਹੈ, ਇਸੇ ਤਰੀਕੇ ਦੇ ਨਾਲ ਕਮਲ ਖਹਿਰਾ ਜੀ। ਹਾਂ, ਕਮਲ ਖਹਿਰਾ ਤਾਂ ਚਲੋ ਅਜੇ ਲੇਟਰ ਆਉਣਾ ਨਾ ਜੀ। ਗੱਲ ਹੈ ਜਿਹੜੀ ਆਪਾਂ ਮੇਨ ਦੀ ਗੱਲ ਕਰ ਰਹੇ ਜੀ। ਹਾਂ, ਕਮਲ ਖਹਿਰਾ ਜੀ ਦੀ ਗੱਲ ਹੈ ਵੀ ਬਰੈਂਪਟਨ ਦੇ ਵਿੱਚੋਂ ਇਹ ਕਾਫੀ ਲੰਬੇ ਸਮੇਂ ਤੋਂ ਬਾਅਦ ਚਲੋ ਕੈਬਨਿਟ ਦੇ ਵਿੱਚ ਕਿਸੇ ਨੂੰ ਬਰਥ ਮਿਲਿਆ ਤੇ ਜਿਹੜਾ ਉਹਨਾਂ ਨੂੰ ਜਾਣੀ ਕਿ ਮੰਤਰਾਲਾ ਵੈਸੇ ਦਿੱਤਾ ਗਿਆ ਉਹ ਕੋਈ ਘੱਟ ਅਹਿਮ ਨਹੀਂ ਸਮਝਿਆ ਜਾ ਸਕਦਾ ਸੀਨੀਅਰਸ ਵਾਸਤੇ। ਆਪਾਂ ਅੱਜ ਗੱਲ ਕਰਦੇ ਹਾਂ ਵੀ ਕੈਨੇਡਾ ਨੂੰ ਯੂਥ ਦੀ ਲੋੜ ਹੈ। ਕੈਨੇਡਾ 'ਚ ਯੂਥ ਹੈ ਨਹੀਂ, ਉਹ ਬਾਹਰਲੇ ਮੁਲਕਾਂ ਤੋਂ ਲਿਆ ਰਹੇ ਨੇ ਜੀ। ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੇ ਸੀਨੀਅਰਸ ਆ, ਪੈਨਸ਼ਨਰਸ ਆ, ਉਹ ਵੱਧ ਰਹੇ ਆ। ਜਦੋਂ ਸੀਨੀਅਰਸ ਪੈਨਸ਼ਨਰਸ ਵੱਧ ਰਹੇ ਹੋਣ ਤੇ ਨੈਚੁਰਲੀ ਆਵੇ ਫਿਰ ਉਹਨਾਂ ਦੇ ਲਾਈਫ ਸਟਾਈਲ ਦੇ ਨਾਲ, ਉਹਨਾਂ ਦੀਆਂ ਨੀਡਸ ਦੇ ਨਾਲ ਡੀਲ ਕਰਨ ਵਾਲਾ ਵਿਅਕਤੀ ਚਾਹੀਦਾ ਜਿਹੜਾ ਕਿ ਉਹਨਾਂ ਦੀਆਂ ਨੀਡਸ ਨੂੰ ਅੰਡਰਸਟੈਂਡ ਕਰ ਸਕਦਾ ਹੋਵੇ 100%। ਸੋ ਇਹ ਸੀਨੀਅਰਸ ਦਾ ਜਿਹੜਾ ਪੋਰਟਫੋਲੀਓ ਆ ਇਹਨੂੰ ਛੋਟਾ ਕਰਕੇ ਨਹੀਂ ਦੇਖਿਆ ਜਾਣਾ ਚਾਹੀਦਾ। ਆਪਣੇ ਆਪ ਦੇ ਵਿੱਚ ਇੰਪੋਰਟੈਂਸ ਜਿਹੜੀ ਆ ਜੀ ਬਹੁਤ ਤਗੜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਦੀ ਵਧਣੀ ਆ ਜੀ। ਕਿਉਂਕਿ ਸੀਨੀਅਰਸ ਦੇ ਜਿਹੜੇ ਨੈਚੁਰਲੀ ਆ ਵੀ ਪੈਨਸ਼ਨਸ ਦੇ ਬੈਨੀਫਿਟਸ ਦੇ ਤਰ੍ਹਾਂ ਦੇ ਜਿਹੜੇ ਇਸ਼ੂਜ਼ ਆ ਨਾ ਬੜੇ ਕੰਪਲੀਕੇਟਡ ਹੁੰਦੇ ਨੇ। 100% ਜੀ। ਔਰ ਕਮਲ ਖਹਿਰਾ ਮੈਨੂੰ ਲੱਗਦਾ ਜੀ ਵੀ ਇੱਥੇ ਉਹ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਮਝਦੇ ਨੇ, ਸਪੈਸ਼ਲੀ ਆਪਣੀ ਸਾਡੀ ਕਮਿਊਨਿਟੀ ਦੇ ਵਿੱਚੋਂ ਜਾਂ ਇਮੀਗ੍ਰੈਂਟ ਭਾਈਚਾਰਿਆਂ ਦੇ ਵਿੱਚੋਂ ਵੀ ਸੀਨੀਅਰਸ ਦੀ ਜਿਹੜੀਆਂ ਲੋੜਾਂ ਜੀ ਵੀ ਪੈਨਸ਼ਨ ਦੇ ਬਹੁਤ ਵੱਡੇ ਉਹਨਾਂ ਦੇ ਇਸ਼ੂਜ਼ ਰਹਿੰਦੇ ਆ ਜੀ। ਇਹ ਲੱਗ ਰਿਹਾ ਵੀ ਕਮਲ ਖਹਿਰਾ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਜਿਹੜੀਆਂ ਉਹਨਾਂ ਦੀਆਂ ਐਕਸਪੈਕਟੇਸ਼ਨਸ ਆ ਉਹਨਾਂ ਤੇ ਖਰੇ ਉਤਰ ਸਕਦੇ ਆ ਜੀ। ਸੋ ਆਪਾਂ ਇਮੀਗ੍ਰੇਸ਼ਨ ਮਿਨਿਸਟਰ ਦੀ ਗੱਲ ਕਰ ਰਹੇ ਸੀ। ਇਮੀਗ੍ਰੇਸ਼ਨ ਮਿਨਿਸਟਰ ਵੀ ਚੇਂਜ ਹੋਏ ਨੇ ਜੀ। ਦੇਖੋ ਮਾਰਕੋ ਮੈਂਡੀਚੀਨੋ ਸੀਗੇ ਪਿਛਲੀ ਸਰਕਾਰ ਦੇ ਵਿੱਚ, ਉਹ ਤੋਂ ਪਹਿਲਾਂ ਅਹਿਮਦ ਹਸਨ। ਸੋ ਇਹ ਟਰੂਡੋ ਗਵਰਨਮੈਂਟ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਇਮੀਗ੍ਰੇਸ਼ਨ ਜਿੱਥੇ ਬਹੁਤ ਇੰਪੋਰਟੈਂਟ ਪੋਰਟਫੋਲੀਓ ਰਹਿੰਦਾ ਇਹਦੇ ਨਾਲ ਹੀ, ਲੇਕਿਨ ਕਿ ਇਮੀਗ੍ਰੇਸ਼ਨ ਮਿਨਿਸਟਰ ਵੀ ਸਮੇਂ ਤੇ ਬਦਲਦਾ ਰਹਿੰਦਾ। ਬਿਲਕੁਲ। ਹੁਣ ਇਹ ਕੋਵਿਡ ਦਾ ਕਾਫੀ ਹਾਰਡ ਟਾਈਮ ਜਿਹੜਾ ਜੀ ਆਪਾਂ ਦੇਖਿਆ, ਉਸ ਤੋਂ ਬਾਅਦ ਫਿਰ ਆਪਾਂ ਦੇਖਿਆ ਵੀ ਜਿੰਨੇ ਕੈਨੇਡਾ ਵਿੱਚ ਲੋਕ ਸੀਗੇ ਉਹਨਾਂ ਨੂੰ ਤਰ੍ਹਾਂ ਦੇ ਪੈਥਵੇਜ਼ ਦੇ ਵਿੱਚ ਅਪਰਚੁਨਿਟੀਜ਼ ਮਿਲਦੀਆਂ ਰਹੀਆਂ PR ਅਪਲਾਈ ਕਰਨ ਦੀਆਂ। LMI ਦੀ ਜਿਹੜੀ ਇੰਪੋਰਟੈਂਸ ਆ ਉਹ ਘਟੀ ਤੇ ਟਿਕਾ ਕੇ ਘਟੀ ਹੋਈ ਆ। ਉਹਦੇ ਨਾਲ ਫਿਰ ਇਹ ਹੈ ਜੀ ਹੁਣ ਆਪਾਂ ਦੇਖਦੇ ਹਾਂ ਕਿ ਜਿਹੜੀ ਇਹ ਨਵੀਂ ਕੱਲ ਅਨਾਊਂਸ ਹੋਈ ਆ ਮਿਨਿਸਟਰੀ, ਉਹਦੇ ਵਿੱਚ ਸੀਨ ਫਰੇਜ਼ਰ
ਜਿਹੜੇ ਬਹੁਤ 38 ਸਾਲ ਦੇ ਨੌਜਵਾਨ ਹੀ ਆ ਜੇ ਉੱਧਰ ਨੋਵਾ ਸਕੋਸ਼ੀਆ ਤੋਂ ਜੀ 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 ਇਮੀਗ੍ਰੇਸ਼ਨ ਤੇ ਰੈਫਿਊਜੀ ਤੇ ਸਿਟੀਜ਼ਨਸ਼ਿਪ ਮਿਨਿਸਟਰੀ ਇਹਨਾਂ ਨੂੰ ਦਿੱਤੀ ਗਈ ਹੈ। ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਜੀ ਵੀ ਕਿਸ ਤਰੀਕੇ ਦੇ ਨਾਲ ਰੱਦੋ ਬਦਲ ਕਰਦੇ ਨੇ, ਕਿਉਂਕਿ ਜਿਹੜਾ ਈਸਟਰਨ ਕੈਨੇਡਾ ਆ ਨਾ, ਜਿਹਨੂੰ ਆਪਾਂ ਐਟਲਾਂਟਿਕ ਪ੍ਰੋਵਿੰਸਿਸ ਕਹਿ ਦਿੰਦੇ ਹਾਂ, ਉਹਦੇ ਵਿੱਚ ਨੋਵਾ ਸਕੋਸ਼ੀਆ ਸ਼ਾਮਲ ਹੈ, ਨਿਊ ਬ੍ਰਿੰਸਵਿਕ ਹੈ, ਨਿਊ ਫਾਊਂਡਲੈਂਡ ਹੈ, ਆਈਲੈਂਡ ਹੈ। ਸੋ ਵੀ ਉੱਧਰ ਹੁਣ ਵੱਡੀ ਤਾਦਾਦ ਦੇ ਵਿੱਚ ਜਿਹੜਾ ਜੀ ਵੀ ਇਹ ਇਮੀਗ੍ਰੈਂਟਸ ਦਾ ਮੁਹਾਨ ਹੈ ਜਿਹੜਾ ਜੀ ਹੋਇਆ ਜਿਸ ਕਰਕੇ ਵੀ ਇਹ ਈਸਟਰਨ ਕੈਨੇਡਾ ਵਾਸਤੇ ਜੇ ਉਧਰੋਂ ਸੀਨ ਫਰੇਜ਼ਰ ਹੋਣਾ ਨੂੰ ਇਹ ਰਿਸਪੋਂਸਿਬਿਲਿਟੀ ਹੈਲੀਫੈਕਸ ਤੋਂ MP ਨੇ ਦਿੱਤੀ ਗਈ ਹੈ, ਤੇ ਲੱਗ ਰਿਹਾ ਜੀ ਵੀ ਕੈਨੇਡੀਅਨ ਗਵਰਨਮੈਂਟ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਕ ਆਪਰਚੁਨਿਟੀ ਦੇਣਾ ਚਾਹੁੰਦੇ ਨੇ ਵੀ ਈਸਟਰਨ ਕੈਨੇਡਾ ਦੇ ਵਿੱਚ ਵੀ ਜਿਹੜੇ ਲੋਕ ਆ ਅੰਡਰਸਟੈਂਡ ਕਰਦੇ ਨੇ ਉੱਥੋਂ ਦੇ ਰੀਜਨਲ ਨੀਡਸ ਨੂੰ ਇਮੀਗ੍ਰੈਂਟਸ ਦੇ ਬਾਰੇ 'ਚ, ਤੇ ਉਸ ਦਾ ਵੀ ਇਮੀਗ੍ਰੇਸ਼ਨ ਪੋਰਟਫੋਲੀਓ ਦੇ ਵਿੱਚ ਕੋਈ ਨਾ ਕੋਈ ਰਿਪਰੈਜ਼ੈਂਟੇਸ਼ਨ ਹੋ ਸਕੇ ਜੀ। ਆਲਸੋ ਕਾਫੀ ਵੱਡੀ ਤਾਦਾਦ ਦੇ ਵਿੱਚ ਸੀਨੀਅਰਸ ਨੂੰ ਲੈਟਰਸ ਮਿਲੀਆਂ ਨੇ ਟੂ ਰਿਟਰਨ ਦ CERB ਬੈਨੀਫਿਟ। ਇਹਨਾਂ ਵੀ ਆਪਾਂ ਦੇਖ ਰਹੇ ਸੀ ਵੀ ਲੋਕਾਂ ਨੇ ਅਪਲਾਈ ਕੀਤਾ, ਉਹਨਾਂ ਨੂੰ ਪੈਸੇ ਮਿਲੇ, ਉਹਨਾਂ ਨੇ ਖੁਸ਼ੀਆਂ ਵੀ ਮਾਣੀਆਂ, ਤਰ੍ਹਾਂ ਤਰ੍ਹਾਂ ਦੇ ਜਿਹੜੇ ਜੀ ਵੀ ਸੋਸ਼ਲ ਮੀਡੀਆ ਤੇ ਵੀ ਵੀਡੀਓ ਕਲਿੱਪ ਜਿਹੜੇ ਉਹ ਪਾਏ ਗਏ, ਤੇ ਆਪਾਂ ਦੇਖਿਆ ਜੀ ਵੀ ਉਸ ਲਿਹਾਜ਼ ਦੇ ਨਾਲ ਉਸ ਵੇਲੇ ਜਾਣੀ ਕੈਨੇਡੀਅਨ ਗਵਰਨਮੈਂਟ ਨੇ ਬਹੁਤਾ ਨਹੀਂ ਦੇਖਿਆ ਭਾਂਪਿਆ, ਕਿਸੇ ਨੂੰ ਸਵਾਲ ਨਹੀਂ ਕੀਤਾ, ਦੇਈ ਗਏ ਹਨਾ, ਦੇਈ ਗਏ, ਵੰਡੀ ਗਏ ਪੈਸੇ, ਠੀਕ ਹੈ ਜੀ ਘਰਾਂ 'ਚ ਬੈਠੇ ਹੋ, ਲੋੜ ਆ ਤੇ ਲੈ ਜਾਓ ਜੀ। ਪਰ ਹੁਣ ਫਿਰ ਆਪਾਂ ਦੇਖ ਰਹੇ ਸੀ ਕਿ ਸਮੇਂ ਦੇ ਚਲਦਿਆਂ ਆਪਾਂ ਬਾਰ-ਬਾਰ ਭੈਣ ਭਰਾਵਾਂ ਨੂੰ ਕਹਿੰਦੇ ਰਹੇ ਹਾਂ ਕਿ ਜਿਨ੍ਹਾਂ ਨੇ ਕਲੇਮ ਕੀਤਾ ਇਹਦੀ ਪੀੜਾ ਕਿਤੇ ਨਾ ਕਿਤੇ ਗਾਂਹ ਜਾ ਕੇ ਸਹਿਣੀ ਪਊਗੀ, ਉਹ ਐਲੀਜੀਬਲ ਨਹੀਂ ਸੀਗੇ ਹਨਾ। ਸੋ ਫਿਰ ਆਪਾਂ ਇਹ ਪਹਿਲੇ ਦਿਨ ਤੋਂ ਹੀ ਭੈਣ ਭਰਾਵਾਂ ਨੂੰ ਬੇਨਤੀਆਂ ਵੀ ਕਰਦੇ ਆ ਰਹੇ ਹਾਂ ਵੀ ਕੌਣ-ਕੌਣ ਐਲੀਜੀਬਲ ਹਨ, ਕੌਣ-ਕੌਣ ਨਹੀਂ ਹਨ, ਇਹਦੇ ਵਿੱਚ ਇਹ ਲਗਾਤਾਰ ਗਵਰਨਮੈਂਟ ਵੱਲੋਂ ਅਵੇਅਰ ਕੀਤਾ ਜਾਂਦਾ ਸੀਗਾ ਕਿ ਜਿਹੜੇ ਪੈਨਸ਼ਨਰਸ ਹੈਗੇ ਆ, ਭਾਵੇਂ ਉਹ ਸੀਨੀਅਰਸ ਹੈਗੇ ਆ ਜਾਂ ਫਿਰ ਉਹ ਡਿਸਐਬਿਲਿਟੀ ਤੇ ਹਨ ਜੀ, ਵੀ ਉਹ ਇਹ CERB ਵਗੈਰਾ ਜਿਹੜੇ ਬੈਨੀਫਿਟ ਆ ਵੀ ਉਹਨਾਂ ਲਈ ਐਲੀਜੀਬਲ ਨਹੀਂ। ਇਹ ਜਿਹੜੇ ਬੈਨੀਫਿਟ ਸਿਰਫ ਤੇ ਸਿਰਫ ਉਹਨਾਂ ਲੋਕਾਂ ਵਾਸਤੇ ਸੀਗੇ ਜਿਨ੍ਹਾਂ ਨੇ ਕਿ ਕੋਵਿਡ ਕਰਕੇ ਮਤਲਬ ਲੋਕਡਾਊਨ ਹੋਇਆ ਤੇ ਉਹਨਾਂ ਦੀ ਇੰਪਲੋਇਮੈਂਟ ਚੱਲ ਗਈ, ਉਹਨਾਂ ਦੀ ਇਨਕਮ ਖਤਮ ਹੋ ਗਈ, ਪਰ ਕਿਉਂਕਿ ਵੀ ਜਿਹੜੀ ਪੈਨਸ਼ਨ ਆ ਉਹ ਗਵਰਨਮੈਂਟ ਵੱਲੋਂ ਪੇ ਕੀਤੀ ਜਾਂਦੀ ਸੀਗੀ, ਉਹ ਬੰਦ ਹੋਈ ਨਹੀਂ ਸੀਗੀ, ਇਸ ਕਰਕੇ ਗਵਰਨਮੈਂਟ ਇਹ ਸਮਝਦੀ ਸੀ ਕਿ ਸੀਨੀਅਰਸ ਦੀ ਜੇ ਇਨਕਮ ਹੀ ਨਹੀਂ ਬੰਦ ਹੋਈ ਤੇ ਉਹਨਾਂ ਨੂੰ ਬੈਨੀਫਿਟ ਦੀ ਵੀ ਲੋੜ ਨਹੀਂ। ਚਲੋ ਥੋੜੀ ਬਹੁਤੀ ਸਪੋਰਟ ਉਹਨਾਂ ਨੇ ਇੱਕ ਦੋ ਵਾਰੀ ਕੀਤੀ ਆ, ਬਟ ਇਹ CERB ਤੇ CRB ਜਾਨੀ ਸਟ੍ਰਿਕਟਲੀ ਕਹ ਲਓ ਵੀ ਇੰਪਲੋਈਜ਼ ਵਾਸਤੇ ਜਾਂ ਸੈਲਫ ਇੰਪਲੋਇਡ ਲੋਕਾਂ ਦੇ ਵਾਸਤੇ ਸੀਗਾ। ਪਰ ਜੇ ਕਿਸੇ ਨੇ ਉਹ ਕਲੇਮ ਕੀਤੇ ਆ ਤੇ ਹੁਣ ਫਿਰ ਜੋ ਹੁਣ ਆਡਿਟ ਸ਼ੁਰੂ ਹੋਏ ਨੇ, ਲੱਗ ਰਿਹਾ ਵੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੀਨੀਅਰਸ ਨੂੰ ਆਲਰੇਡੀ ਕੈਨੇਡਾ 'ਚ ਇਹ ਚਿੱਠੀਆਂ ਆ ਰਹੀਆਂ ਆ ਤੇ ਵੀ ਉਹਨਾਂ ਨੇ ਜਿਹੜਾ CERB ਵਗੈਰਾ ਬੈਨੀਫਿਟ ਲਏ ਆ, ਕਈਆਂ ਦੇ ਤਾਂ 10-10, 15-15 ਹਜ਼ਾਰ ਡਾਲਰ ਬਣੇ ਆ, ਤੇ ਵੀ ਉਹ ਰਿਫੰਡ ਕਰਨਗੇ ਜੀ, ਵੀ ਰਿਟਰਨ ਕੀਤਾ ਜਾਣਾ ਹਨਾ। ਇਹ ਵੀ ਪਤਾ ਲੱਗ ਰਿਹਾ ਵੀ ਜਿਹੜੇ ਸੀਨੀਅਰਸ ਹੁਣ ਵਿਚਾਰੇ ਉਹਨਾਂ ਕੋਲ ਇੰਨੀਆਂ ਸੇਵਿੰਗਸ ਨਹੀਂ ਹੁੰਦੀਆਂ ਤੇ ਨਹੀਂ ਰਿਟਰਨ ਕਰ ਪਾ ਰਹੇ, ਉਹਨਾਂ ਦੀ GIS ਜਿਹੜੀ ਆ ਉਹ ਰੋਕੀ ਜਾ ਰਹੀ ਆ ਜਾਂ ਉਹਦੇ ਵਿੱਚੋਂ ਕਟਕਟਾ ਕੀਤਾ ਜਾ ਰਿਹਾ ਹਨਾ। ਸੋ ਇਹ ਆ ਜੀ ਵੀ ਹੁਣ ਕਹਿੰਦੇ ਨਾ ਵੀ ਆਪਣੇ ਪੰਜਾਬੀ 'ਚ ਕਹਿੰਦੇ ਹੁੰਦੇ ਵੀ ਜਿਹੜਾ ਲੇਖਾ ਮਾਵਾਂ ਧੀਆਂ ਦਾ ਹਨਾ, ਲੇਖਾ ਜੋਖਾ ਮਾਵਾਂ ਧੀਆਂ ਦਾ, ਉਹ ਲੋਕਾਂ ਨੇ ਚਲੋ ਕਲੇਮ ਕੀਤਾ, ਉਸ ਵੇਲੇ ਉਹਨਾਂ ਨੂੰ ਪੇ ਹੋ ਗਏ, ਪਰ ਜੇ ਉਹ ਐਲੀਜੀਬਲ ਨਹੀਂ ਸੀ, ਮਤਲਬ ਯੋਗ ਨਹੀਂ ਸੀ ਅਪਲਾਈ ਕਰਨ ਦੇ ਕੋਈ ਬੈਨੀਫਿਟ, ਤੇ ਨੈਚੁਰਲੀ ਆ ਫਿਰ ਲੇਖਾ ਮਾਵਾਂ ਧੀਆਂ ਦਾ ਤੇ ਉਹ ਵਾਪਸ ਦੇਣਾ ਵੀ ਬਣਦਾ। ਹੁਣ ਸਾਡੇ ਕੋਲੋਂ ਵੀ ਕੋਈ ਉਧਾਰ ਪੈਸੇ ਲੈ ਜਾਵੇ ਵੀ ਫਰਜ਼ ਕਰੋ ਹਨਾ, ਬਿਲਕੁਲ ਦੇਣੇ ਹੀ ਪੈਂਦੇ ਆ ਜੇ ਉਹਦੇ ਨਹੀਂ ਹੈਗੇ ਹਨਾ। ਏਦਾਂ ਹੀ ਜਿਹੜਾ ਮੈਂ ਇਨ ਐਲੀਜੀਬਿਲਿਟੀ ਕਰਕੇ ਜੇ ਕੋਈ ਬੈਨੀਫਿਟ ਅਪਲਾਈ ਕੀਤਾ, ਉਹਨੂੰ ਰਿਸੀਵ ਕੀਤਾ ਤੇ ਫਿਰ ਉਹ ਵਾਪਸ ਦੇਣਾ ਵੀ ਬਣਦਾ ਔਖੇ ਸੌਖੇ ਹੋ ਕੇ ਹੁਣ। ਤੇ ਦੇਖੋ ਸੀਨੀਅਰਸ ਦੇ ਸਿਲਸਿਲੇ ਦੇ ਵਿੱਚ ਹੁਣ ਸ਼ਾਇਦ ਕਮਲ ਖਹਿਰਾ ਹੁਣਾਂ ਦੇ ਕੋਲੋਂ ਮੰਗ ਵਧੇ ਸੀਨੀਅਰਸ ਦੀ ਕਿ ਇਹਦਾ ਕੋਈ ਜਿਹੜਾ ਹੱਲ ਹੈ ਉਹ ਕੱਢਿਆ ਜਾਵੇ। ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ, ਪਰ ਹਾਲ ਦੀ ਘੜੀ CRA ਦੇ ਵੱਲੋਂ ਜਾਣੀ ਕਿ ਲੋਕਾਂ ਨੂੰ ਚਿੱਠੀਆਂ ਪਾਉਣੀਆਂ ਜਾ ਰਹੀਆਂ ਨੇ ਜੀ ਕਿ ਪੈਸੇ ਵਾਪਸ ਕਰੋ ਜਿਹੜੇ ਤੁਸੀਂ ਐਲੀਜੀਬਲ ਨਹੀਂ। ਆਲਰਾਈਟ ਜੋਲ ਸਾਹਿਬ, ਆਈ ਨੋ ਤੁਹਾਡਾ ਟਾਈਮ ਕੀਮਤੀ ਹੈ ਜੀ ਅੱਜ, ਪਰੰਤੂ ਆਪਾਂ ਕੁਇਕਲੀ ਇੱਕ ਜ਼ਰੂਰੀ ਗੱਲ ਕਰ ਲਈਏ ਜੀ, ਕੋਈ ਜੋ ਬੂਸਟਰ ਸ਼ਾਟ ਆ ਰਹੇ ਨੇ ਜੀ BC ਦੇ ਵਿੱਚ, ਉਹਦੀ ਕਾਫੀ ਚਰਚਾ ਹੋ ਰਹੀ ਹੈ ਜੀ। ਇਹ ਸਰ ਵੈਸੇ ਨਾ ਓਨਟਾਰੀਓ ਨੇ ਜਿਹੜਾ ਬੂਸਟਰ ਸ਼ਾਟ ਹੈ ਸੀਨੀਅਰਸ ਵਾਸਤੇ ਜਿਹੜੇ ਖਾਸ ਤੌਰ ਤੇ ਲੌਂਗ ਟਰਮ ਕੇਅਰ ਸੈਂਟਰਸ ਦੇ ਵਿੱਚ ਹੈਗੇ ਨੇ, ਰਿਟਾਇਰਮੈਂਟ ਹੋਮਸ ਦੇ ਵਿੱਚ ਰਹਿੰਦੇ ਨੇ ਇਕੱਠੇ, ਮਤਲਬ ਬਿਲਡਿੰਗਸ ਦੇ ਵਿੱਚ, ਤੇ ਉਹਨਾਂ ਵਾਸਤੇ ਜਿਹੜਾ ਇਹ ਬੂਸਟਰ ਸ਼ਾਟ ਆਲਰੇਡੀ ਇਹ ਅਪਲਾਈ ਕੀਤਾ ਜਾ ਰਿਹਾ, ਜਾਂ ਫਿਰ ਇਮਿਊਨ ਸਿਸਟਮ ਕਿਸੇ ਦਾ ਕੰਪਰੋਮਾਈਜ਼ ਹੈ। ਤੇ ਇਸੇ ਤਰ੍ਹਾਂ ਜੀ ਵੀ ਉਧਰ ਅਲਬਰਟਾ ਦੇ ਵਿੱਚ ਵੀ ਇਹ ਬੂਸਟਰ ਸ਼ਾਟ ਆ ਜਿਹੜਾ ਵੀ ਮਤਲਬ ਥਰਡ ਸ਼ਾਟ ਕਰਕੇ ਗਿਣਿਆ ਜਾਂਦਾ ਇਹ COVID-19 ਤੋਂ ਬਚਾਅ ਦਾ, ਵੀ ਉਹਨਾਂ ਨੇ ਵੀ 75 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਵਾਸਤੇ ਇਹ ਲਿਆਂਦਾ ਹੋਇਆ ਜੀ। ਹੁਣ ਬ੍ਰਿਟਿਸ਼ ਕੋਲੰਬੀਆ ਨੇ ਇੱਕ ਪਹਿਲ ਕੀਤੀ ਆ ਜਿਹਦੇ ਵਿੱਚ ਉਹਨਾਂ ਨੇ ਸਾਰੇ ਹੀ ਜਾਣੀ ਕਿ ਲੋਕਾਂ ਵਾਸਤੇ ਇਹ ਰੈਕਮੈਂਡ ਕਰ ਦਿੱਤਾ ਜਿਹੜੇ ਕਿ ਐਲੀਜੀਬਲ ਹੋ ਸਕਦੇ ਆ COVID-19 ਦਾ ਟੀਕਾ ਲਗਾਉਣ ਦੇ ਲਈ,
ਵੀ ਸਾਰਿਆਂ ਨੂੰ ਜਿਹੜਾ ਇਹ ਬੂਸਟਰ ਸ਼ਾਟ ਆ ਵੀ ਉਹ ਰეკਮੈਂਡ ਕੀਤਾ ਜਾ ਰਿਹਾ, ਤੇ ਉਹ ਅਜੇ ਭਾਵੇਂ ਮੈਂਡੇਟੋਰੀ ਨਹੀਂ ਹੈ, ਪਰ ਜਨਵਰੀ ਤੋਂ ਜਿਹੜਾ ਜੀ ਇੱਕ ਤਰੀਕੇ ਨਾਲ ਇਹ ਸ਼ਾਟ COVID-19 ਤੋਂ ਬਚਾਅ ਦਾ ਜਿਹੜਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਾਰਿਆਂ ਦੇ ਵਾਸਤੇ ਅਵੇਲੇਬਲ ਹੋਊਗਾ ਜਿਹੜੇ ਇਹਨੂੰ ਲਗਾਉਣਾ ਚਾਹਣਗੇ। ਪਰ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਵੀ ਇਹ ਰਿਐਲਿਟੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਰੇ ਕੈਨੇਡਾ 'ਚ ਜਾਂ ਹੋਰਨਾਂ ਦੇਸ਼ਾਂ ਦੇ ਵਿੱਚ ਵੀ ਬਣੂਗੀ, ਤੇ ਵੀ ਇਮਿਊਨ ਸਿਸਟਮ ਖਾਸ ਤੌਰ ਤੇ ਜਿਹੜਾ ਲੋਕਾਂ ਦਾ ਕੰਪਰੋਮਾਈਜ਼ ਵੱਡੀ ਉਮਰ ਦੇ ਨੇ ਜਾਂ ਫਿਰ ਕੋਈ ਇਲਾਜ ਰੋਗ ਜਿਹੜੇ ਆ ਉਹ ਲੱਗੇ ਹੋਏ ਆ, ਉਸ ਲਿਹਾਜ਼ ਨਾਲ। ਪਰ ਹਾਲ ਦੀ ਘੜੀ ਬ੍ਰਿਟਿਸ਼ ਕੋਲੰਬੀਆ ਵਾਲੇ ਜਿਹੜੇ ਆ ਜੀ ਕਿ ਇਹ ਲੀਡ ਲੈ ਰਹੇ ਨੇ ਪੂਰੇ US ਤੇ ਕੈਨੇਡਾ ਦੇ ਵਿੱਚ, ਕਿ ਉਹਨਾਂ ਨੇ ਸਾਰਿਆਂ ਦੇ ਵਾਸਤੇ ਇਹ ਬੂਸਟਰ ਸ਼ਾਟ ਆ ਜਿਹੜਾ ਅਵੇਲੇਬਲ ਕਰਨ ਦਾ ਫੈਸਲਾ ਕੀਤਾ ਹੈ। ਜੋਲ ਸਾਹਿਬ ਕੁਇਕਲੀ ਜੀ ਲਾਸਟ ਕੁਐਸਚਨ ਫਿਰ ਆਪਾਂ ਵਾਈਂਡ ਅਪ ਕਰਦੇ ਹਾਂ, ਉਸ ਤੋਂ ਬਾਅਦ ਜੋ ਕਾਫੀ ਇੰਟਰਸਟਿੰਗ ਐਂਡ ਕਾਫੀ ਰਾਹਤ ਵੀ ਹੋਵੇਗੀ ਕਈ ਪੇਰੈਂਟਸ ਦੇ ਵਾਸਤੇ ਕਿ ਜਿਹੜੇ ਟਰੈਵਲਰਸ ਨੇ ਫॉर ਯੰਗ ਜਿਹੜੇ ਵੀ ਆਈ ਥਿੰਕ ਅੰਡਰ 18 ਦੀ ਗੱਲ ਕਰੀਏ, they won't not need to travel with vaccination proof to the USA? ਇੱਕ ਤਾਂ ਜੀ ਹਾਂ ਬਿਲਕੁਲ ਠੀਕ ਕਹਿ ਰਹੇ ਹੋ, ਕਿਉਂਕਿ ਜਿਹੜਾ ਨਾ ਬੜੀ ਈਗਰ ਹੈਗੇ ਆ ਲੋਕ ਵੀ ਉਹਨਾਂ ਨੇ US ਜਾਣਾ। ਵੈਸੇ ਤੇ ਸਾਰੀ ਦੁਨੀਆ 'ਚ ਹੀ ਲੋਕ ਬੜੀ ਮੁਸ਼ਕਿਲ ਨਾਲ ਇੱਥੇ ਸਾਂਭ ਕੇ ਰੱਖਣੇ ਪੈ ਰਹੇ ਆ ਵੀ ਜਾਣ ਨੂੰ ਤੇ ਕਾਹਲੇ ਆ, ਪਰ ਕਦੀ ਟਿਕਟਾਂ ਜਿਹੜੀਆਂ ਔਖੀਆਂ ਮਿਲਦੀਆਂ, ਮਹਿੰਗੀਆਂ ਮਿਲਦੀਆਂ, ਕਦੇ ਜੀ ਵੀ ਮਤਲਬ ਉਹ ਵੀਜ਼ਾ ਨਹੀਂ ਮਿਲ ਰਿਹਾ, ਜਾਂ ਫਿਰ ਕਦੇ ਜਾਣੀ ਕਿ ਵੀ ਜਿਹੜੀਆਂ ਫਲਾਈਟਸ ਆ ਉਹ ਬੜੀਆਂ ਓਵਰ ਬੁੱਕ ਹੋ ਰਹੀਆਂ ਵਗੈਰਾ। ਬਹੁਤ ਔਖਾ। ਜਾਣੀ ਇੱਕ ਪਾਸੇ ਅਰਸ਼ ਏਦਾਂ ਆ ਵੀ ਕੈਨੇਡਾ ਨੂੰ ਆਉਣ ਲਈ ਕਰੋੜਾਂ ਲੋਕ ਜਿਹੜੇ ਤਰਸ ਗਏ ਆ ਹਨਾ ਜੀ, ਤੇ ਉਹ ਤਰ੍ਹਾਂ ਦੇ ਹੱਥ ਕੰਡੇ ਤਰੀਕੇ, ਤੇ ਜਿਹਨਾਂ ਦੀਆਂ ਹੁਣ ਇੱਥੋਂ ਤਸੱਲੀਆਂ ਹੋ ਗਈਆਂ, ਜਾਣੀ ਕਿ ਉਹਨਾਂ ਨੂੰ ਪਤਾ ਆ ਵੀ ਅਸੀਂ ਬਾਹਰ ਜਾ ਕੇ ਕਦੇ ਨਾ ਕਦੇ ਵਾਪਸ ਆ ਸਕਦੇ, ਜਾਣੀ ਉਹਨਾਂ ਦਾ ਹੀ ਹੌਸਲਾ ਪੈਂਦਾ ਇੱਥੋਂ ਕਿਤੇ ਜਾਣ ਦਾ ਵੀ। ਨਹੀਂ ਤੇ ਬਾਕੀ ਤਾਂ ਤੁਹਾਨੂੰ ਪਤਾ ਜੇ ਕਿਸੇ ਨੂੰ ਪੱਕੇ ਤੌਰ ਤੇ ਭੇਜਣ ਦੀ ਗੱਲ ਆਵੇ ਤੇ ਉਹ ਰੋਣੇ ਵਿਲਕਣੇ ਕਮਾਲ ਦੇ ਹੁੰਦੇ ਆ। ਸੋ ਲੇਕਿਨ ਕਿ ਵੀ USA 8 ਨਵੰਬਰ ਨੂੰ ਖੁੱਲ ਰਹੇ ਆ, ਤੇ ਉਹਦੇ ਵਿੱਚ ਫਿਰ ਇਹ ਆ ਰਿਹਾ ਜੀ ਵੀ ਜਿਹੜਾ ਇਹ ਬਾਈ ਏਅਰ ਤੇ ਬਾਈ ਲੈਂਡ ਬਾਰਡਰ ਜਾਣੀ ਕਿ ਜਿਹੜਾ ਟਰੈਵਲ ਹੋਊਗਾ, ਉਹਦੇ ਵਿੱਚ ਖਾਸ ਤੌਰ ਤੇ ਇਹੀ ਹੈ ਜੀ ਵੀ ਲੈਂਡ ਬਾਰਡਰ ਦੇ ਰਾਹੀਂ, ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਹੋ ਵੀ ਨੈਗੇਟਿਵ ਟੈਸਟ ਦੀ ਲੋੜ ਨਹੀਂ, ਬਾਈ ਏਅਰ ਉਹਦੀ ਲੋੜ ਹੈ, ਵੈਕਸੀਨੇਸ਼ਨ ਪ੍ਰੂਫ ਦੀ ਦੋਨੋਂ ਹੀ ਤਰੀਕਿਆਂ ਦੇ ਨਾਲ ਟਰੈਵਲ ਦੇ ਵਾਸਤੇ ਜਿਹੜੀ ਉਹ ਲੋੜ ਹੋਏਗੀ, ਭਾਵੇਂ ਬਾਈ ਰੋਡ ਕੋਈ ਜਾਣ ਤੇ ਭਾਵੇਂ ਬਾਈ ਰੇਲ ਤੇ ਜਾਂ ਫਿਰ ਭਾਵੇਂ ਬਾਈ ਏਅਰ। ਪਰ ਉਹਦੇ ਵਿੱਚ ਹੁਣ ਬੱਚਿਆਂ ਨੂੰ ਥੋੜਾ ਜਿਹਾ ਇਹ ਛੋਟ ਦਿੱਤੀ ਜਾ ਰਹੀ ਹੈ US ਦੇ ਵੱਲੋਂ ਕਿ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਹੋਣਗੇ, ਜਾਣੀ ਕਿ ਉਹ ਵੈਕਸੀਨੇਸ਼ਨ ਦਾ ਪ੍ਰੂਫ ਜਿਹੜਾ ਉਹਨਾਂ ਨੂੰ ਦਿਖਾਉਣ ਦੀ ਲੋੜ ਨਹੀਂ ਹੋਏਗੀ। ਪਰ ਦੂਸਰੇ ਪਾਸੇ ਕੈਨੇਡਾ ਨੇ ਭਾਵੇਂ ਹੁਣ ਮੈਂਡੇਟੋਰੀ ਕੀਤਾ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਡੋਮੈਸਟਿਕ ਟਰੈਵਲ ਵੀ ਆ ਸਾਡੇ ਇੱਥੇ ਕੈਨੇਡਾ 'ਚ ਕਿਤੇ ਵੀ ਜਾਣਾ, ਇੱਕ ਪ੍ਰੋਵਿੰਸ ਤੋਂ ਦੂਸਰੀ ਜਾਂ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਤੱਕ, ਵੀ ਉਹਦੇ ਲਈ ਵੀ ਜਿਹੜਾ ਤੁਹਾਨੂੰ ਵੈਕਸੀਨੇਸ਼ਨ ਪ੍ਰੂਫ ਚਾਹੀਦਾ। US ਦੇ ਵਿੱਚ ਪਰ ਇੱਦਾਂ ਨਹੀਂ ਹੈ। ਉੱਥੇ ਜਾ ਕੇ ਕਿਸੇ ਨੇ ਐਂਟਰ ਹੋ ਕੇ ਡੋਮੈਸਟਿਕ ਟਰੈਵਲ ਕਰਨਾ ਇੱਕ ਸਟੇਟ ਤੋਂ ਦੂਸਰੀ, ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ, ਤੇ ਵੀ ਉਹਦੇ ਵਾਸਤੇ ਵੈਕਸੀਨੇਸ਼ਨ ਜਿਹੜਾ ਪ੍ਰੂਫ ਆ ਉਹਦਾ ਕੋਈ ਦਿਖਾਉਣ ਦੀ ਲੋੜ ਹਜੇ US ਦੇ ਵਿੱਚ ਨਹੀਂ ਹੈਗੀ। ਸੋ ਇਸ ਕਰਕੇ ਇਹ ਆ ਜੀ ਵੀ ਨੈਗੇਟਿਵ ਟੈਸਟ ਆ, ਲੇਕਿਨ ਕਿ ਜਿਹੜਾ ਬਾਈ ਏਅਰ ਚਾਹੀਦਾ ਹੋਊਗਾ ਉਹ 2 ਸਾਲ ਤੋਂ ਵੱਧ ਉਮਰ ਦੇ ਸਾਰੇ ਬੱਚਿਆਂ ਵਾਸਤੇ ਚਾਹੀਦਾ ਜੀ। ਸੋ ਵੀ ਬੱਚਿਆਂ ਵਾਸਤੇ ਵੈਕਸੀਨੇਸ਼ਨ ਪ੍ਰੂਫ ਦੀ ਲੋੜ ਨਹੀਂ, ਪਰ ਉਹਦਾ ਟੈਸਟ ਨੈਗੇਟਿਵ ਜਿਹੜਾ ਵੀ ਉਹਨੂੰ ਇਹ ਨਹੀਂਗਾ ਵੀ ਮਤਲਬ ਕੋਵਿਡ ਟੈਸਟ ਜਾਂ ਮਤਲਬ ਕੋਵਿਡ ਹੋਇਆ ਹੋਵੇ ਤੁਹਾਨੂੰ ਟਰੈਵਲ ਕਰਨ ਦਿੱਤਾ ਜਾਊਗਾ। ਸੋ ਵੈਕਸੀਨੇਸ਼ਨ ਪ੍ਰੂਫ ਦੀ ਲੋੜ ਨਹੀਂ, ਪਰ ਕੋਵਿਡ ਟੈਸਟ ਜਿਹੜਾ ਨੈਗੇਟਿਵ ਆ ਉਹ 2 ਸਾਲ ਤੋਂ ਵੱਧ ਬੱਚਿਆਂ ਦਾ ਹੋਣਾ ਜ਼ਰੂਰੀ ਚਾਹੀਦਾ। ਸੋ ਇਹਦੇ ਨਾਲ ਹੀ ਫਿਰ ਜਿਹੜੇ ਮਿਕਸ ਐਂਡ ਮੈਚ ਦੀ ਆਪਾਂ ਗੱਲ ਕਰਦੇ ਸੀ, ਉਹ ਵੀ ਕੈਨੇਡਾ ਦੀ ਜਿਹੜੀ ਸਿਚੁਏਸ਼ਨ ਆ ਰਿਜ਼ੋਲਵ ਹੋ ਚੁੱਕੀ ਆ ਵੀ ਕੋਈ ਵੀ ਜਿਹੜੀਆਂ ਵੈਕਸੀਨੇਸ਼ਨਸ ਅਪਰੂਵਡ ਆ ਉਹ ਲੱਗੀਆਂ ਹੋਈਆਂ ਨੇ, ਪ੍ਰੂਫ ਉਹਦਾ ਹੈਗਾ, ਭਾਵੇਂ ਮਿਕਸ ਐਂਡ ਮੈਚ ਹੀ ਹੋਵੇ ਵੀ ਉਹਨੂੰ ਮੰਨਿਆ ਜਾਊਗਾ। ਸੋ ਕੁੱਲ ਮਿਲਾ ਕੇ ਇਹੀ ਹੈ ਜੀ ਵੀ ਬਾਈ ਲੈਂਡ ਜੇ ਟਰੈਵਲ ਕਰਨਾ ਤੇ ਉਹਦੇ ਵਾਸਤੇ ਜਿਹੜਾ ਵੈਕਸੀਨੇਸ਼ਨ ਪ੍ਰੂਫ ਆ ਉਹਦੀ ਲੋੜ ਆ, ਪਰ ਨੈਗੇਟਿਵ ਟੈਸਟ ਨਹੀਂ ਹੋਣਾ ਚਾਹੀਦਾ। ਪਰ ਜੇ ਬਾਈ ਏਅਰ ਟਰੈਵਲ ਕਰਨਾ ਤੇ ਵੈਕਸੀਨੇਸ਼ਨ ਪ੍ਰੂਫ ਵੀ ਹੋਣਾ ਚਾਹੀਦਾ ਤੇ ਨੈਗੇਟਿਵ ਟੈਸਟ ਵੀ ਹੋਣਾ ਚਾਹੀਦਾ 2 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕਾਂ ਵਾਸਤੇ। Alright, 9058131320 ਜੋਲ ਸਾਹਿਬ ਤੁਸੀਂ ਅੱਜ ਬਿਜ਼ੀ ਹੋ, ਸੋ ਤੁਹਾਡਾ ਟਾਈਮ ਬੜਾ ਕੀਮਤੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਏ ਸ਼ੋਰਟ ਟਾਈਮ ਲਈ। ਜੋਲ ਸਾਹਿਬ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਫॉर योर ਇਮੀਗ੍ਰੇਸ਼ਨ ਜਾਂ ਕੋਈ ਵੀ ਕਮਿਊਨਿਟੀ ਇਨਫੋਰਮੇਸ਼ਨ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਜੋਲ ਸਾਹਿਬ ਦੀ ਟੀਮ ਨਾਲ ਸੰਪਰਕ ਪੈਦਾ ਕਰ ਸਕਦੇ ਹੋ। ਉਹਨਾਂ ਦੀ ਨਿਊਜ਼ ਫੀਡ ਦੇ ਵਿੱਚ ਤੁਸੀਂ ਸ਼ਾਮਲ ਹੋ ਸਕਦੇ ਹੋ 4168953784 4168953784 ਤੇ ਜੋਲ ਸਾਹਿਬ ਦੇ ਨਾਲ ਗੱਲਬਾਤ ਕਰ ਸਕਦੇ ਹੋ। ਜੋਲ ਸਾਹਿਬ ਟਾਈਮ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ ਅਸ਼ਪੋ, ਥੈਂਕ ਯੂ ਸੋ ਮਚ। ਇਹ ਸਨ ਸਤਪਾਲ ਸਿੰਘ ਜੋਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।